ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ, ਭਾਵੇਂ ਕਿ ਐਲਾਨ ਹੋ ਚੁੱਕਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿ ਜਿਹੜੇ ਇਹ ਕਾਨੂੰਨ ਸੀਗੇ ਕਿਸਾਨੀ ਕਾਨੂੰਨ, ਅਸੀਂ ਉਹਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈਗਾ ਉਸ ਦਿਨ ਨੂੰ ਚੁਣਿਆ ਜਾਂਦਾ ਹੈਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਦਿਹਾੜੇ ਦੇ ਉੱਪਰ ਐਲਾਨ ਕੀਤਾ ਜਾਂਦਾ ਹੈਗਾ ਔਰ ਲੋਕਾਂ ਨੂੰ ਯਕੀਨ ਆਉਂਦਾ ਹੈਗਾ ਕਿ ਗੁਰੂ ਸਾਹਿਬ ਜੀ ਦਾ ਤੇ ਸ਼ਾਇਦ ਇਹ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ, ਇਸ ਕਰਕੇ ਇਹ ਆਪਣੇ ਇਸ ਕੀਤੇ ਹੋਏ ਐਲਾਨ ਦੇ ਉੱਪਰ ਜ਼ਰੂਰ ਖਰੇ ਉਤਰਨਗੇ। ਔਰ ਜਿਹੜਾ ਹੁਣ ਅਗਾਂਹ ਇਸੇ ਮਹੀਨੇ ਵਿੱਚ ਇਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਸੰਸਦ ਦਾ ਇਜਲਾਸ ਹੋਏਗਾ ਤੇ ਉਹਦੇ ਵਿੱਚ ਜਿਹੜਾ ਸੰਵਿਧਾਨਕ ਪ੍ਰਕਿਰਿਆ ਹੈਗੀ ਆ, ਸਾਰੀ ਸੰਵਿਧਾਨਕ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਇਹ ਜਿਹੜੇ ਖੇਤੀ ਕਾਨੂੰਨ ਹੈਗਾ ਇਹ ਰੱਦ ਕਰ ਦਿੱਤੇ ਜਾਣਗੇ। ਮੈਂ ਕੱਲ ਵੀ ਗੱਲ ਕੀਤੀ ਸੀਗੀ ਦੋਸਤੋ ਆਪਣੇ ਇਸ ਮੰਚ ਤੋਂ ਕਿ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਕੱਲ ਗੱਲ ਕੀਤੀ ਹੈਗੀ ਉਹ ਸਾਰੀ ਗੱਲ ਨੂੰ ਇੱਕ ਇੱਕ ਅੱਖਰ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨ ਦੀ ਜ਼ਰੂਰਤ ਹੈ। ਉਹਨਾਂ ਨੇ ਕੱਲ ਇਹ ਗੱਲ ਆਖੀ ਸੀ ਆਪਣੇ ਭਾਸ਼ਣ ਦੇ ਵਿੱਚ ਕਿ ਸਾਡੀ ਹੀ ਤਪੱਸਿਆ ਵਿੱਚ ਕੋਈ ਘਾਟ ਰਹਿ ਗਈ ਆ, ਜਿਹਦੀ ਵਜ੍ਹਾ ਕਰਕੇ ਦੀਵੇ ਦੇ ਪ੍ਰਕਾਸ਼ ਵਰਗਾ ਇੱਕ ਸੱਚ ਜਿਹੜਾ ਹੈਗਾ ਉਹ ਅਸੀਂ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਅਸਫਲ ਰਹੇ ਹਾਂ। ਦੀਵੇ ਦੇ ਪ੍ਰਕਾਸ਼ ਵਰਗਾ ਸੱਚ ਕੀ ਹੈ ਭਲਾ? ਵੀ ਇਹ ਜਿਹੜੇ ਕਾਨੂੰਨ ਹੈਗੇ ਨੇ ਇਹਨਾਂ ਕਾਨੂੰਨਾਂ ਦੇ ਫਾਇਦੇ ਅਸੀਂ ਕਿਸਾਨਾਂ ਨੂੰ ਦੱਸਣ ਦੇ ਵਿੱਚ ਅਸਫਲ ਰਹੇ ਹੈਗੇ ਆ, ਸਫਲ ਨਹੀਂ ਹੋ ਪਾਏ। ਮੈਂ ਬੇਨਤੀ ਕਰਾਂ, ਅੱਜ ਬੀਜੇਪੀ ਦੇ ਹੀ ਇਹਨਾਂ ਦੇ ਆਪਣੇ ਹੀ ਮੰਤਰੀ ਨੇ ਇਹਨਾਂ ਦੀ ਪੋਲ ਖੋਲ੍ਹੀ ਹੈਗੀ ਆ। ਬੀਜੇਪੀ ਦੇ ਮੰਤਰੀ ਬਿਹਾਰ ਤੋਂ ਖੇਤੀ ਮੰਤਰੀ ਹੈਗੇ ਨੇ, ਉਹਨਾਂ ਦਾ ਨਾਮ ਹੈਗਾ ਜੀ ਖੇਤੀ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ। ਅਮਰਿੰਦਰ ਪ੍ਰਤਾਪ ਸਿੰਘ ਦਾ ਕਹਿਣਾ ਹੈਗਾ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਆਉਣਗੇ ਤੇ ਫਿਰ ਇਹਨਾਂ ਕਾਨੂੰਨਾਂ ਨੂੰ ਲੈ ਕੇ ਆਉਣਗੇ। ਭਾਵ ਕਿ ਇਹਨਾਂ ਦੇ ਆਪਣੇ ਹੀ ਮੰਤਰੀ ਇਹਨਾਂ ਦੀ ਪੋਲ ਖੋਲ੍ਹਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੇ ਇਹ ਕਾਨੂੰਨ ਨੇ ਲੋਕ ਖੁਸ਼ ਹੋ ਰਹੇ ਨੇ, ਕਿਸਾਨ ਖੁਸ਼ ਹੋ ਰਹੇ ਨੇ। ਪਰ ਇਸ ਮੰਤਰੀ ਦਾ ਕਹਿਣਾ ਹੈਗਾ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਬਿਲਕੁਲ ਵੀ ਰੱਦ ਨਹੀਂ ਹੋਣਗੇ। ਉਹਨਾਂ ਨੇ ਜਿਹੜੀ ਖਬਰ ਹੈਗੀ ਮੈਂ ਤੁਹਾਨੂੰ ਸਾਰੀ ਪੜ੍ਹ ਕੇ ਸੁਣਾ ਦਿੰਦਾ ਭਈ ਉਹਨਾਂ ਦਾ ਕਹਿਣਾ ਕੀ ਹੈਗਾ। बिहार के मंत्री ने की भविष्यवाणी, किसानों के हित में कृषि कानून का जल्द होगा पुनर्जन्म। केंद्र सरकार के इस फैसले पर अपनी प्रतिक्रिया देते हुए बिहार के कृषि मंत्री और बीजेपी नेता अमरेंद्र प्रताप सिंह ने कहा कि प्रधानमंत्री नरेंद्र मोदी बहुत जल्द किसानों के समूह को समझाने में सफल होंगे। बिहार में जेडीयू बीजेपी गठबंधन वाली सरकार में कृषि मंत्री अमरेंद्र सिंह अपने बयानों की वजह से चर्चा में बने रहते हैं। पीएम मोदी की तरफ से तीनों कृषि कानूनों को वापस लिए जाने के फैसले की घोषणा के बाद बिहार के कई नेताओं ने प्रधानमंत्री के इस फैसले को लेकर बयान दिया। केंद्र सरकार के इस फैसले पर अपनी प्रतिक्रिया देते हुए बिहार के कृषि मंत्री और बीजेपी नेता अमरेंद्र प्रताप सिंह ने कहा कि प्रधानमंत्री नरेंद्र मोदी बहुत जल्द किसानों के समूह को समझाने में सफल होंगे। मंत्री ने कहा कि केंद्र सरकार के कृषि कानून से देश के सभी किसान नाराज नहीं थे। किसानों की बड़ी संख्या ने केंद्र सरकार के कानून को मान लिया था। अमरेंद्र प्रताप सिंह ने मीडिया से बातचीत करते हुए कहा, बिहार के किसानों ने केंद्रीय कृषि कानून का स्वागत किया था। कानून के विरोध में सिर्फ विपक्ष के नेता किसान का भेष धारण कर सड़क पर उतरे थे। बिहार के किसान आज भी उम्मीद में हैं कि इस कानून पर विस्तार से चर्चा होगी और इसका पुनर्जन्म होगा। इस कानून का किसानों को बहुत ज़्यादा फ़ायदा मिलेगा। ਆ ਤੁਸੀਂ ਦੇਖੀ ਜੀ ਸਾਰੀ ਖਬਰ। ਇਸ ਖਬਰ ਦੇ ਮੁਤਾਬਕ ਜਿਹੜੇ ਖੇਤੀ ਮੰਤਰੀ ਹੈਗੇ ਨੇ ਬਿਹਾਰ ਦੇ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ, ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਕਾਨੂੰਨ ਹੈਗੇ ਨੇ ਬਹੁਤ ਸਾਰੇ ਕਿਸਾਨ ਇਸ ਗੱਲ ਨੂੰ ਮੰਨਦੇ ਆ ਵੀ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਾਸਤੇ ਹੀ ਹੈਗੇ ਨੇ। ਜਿਹੜੇ ਵਿਪਕਸ਼ ਦੇ ਭਾਵ ਕਿ ਜਿਹੜੇ ਵਿਰੋਧੀ ਧਿਰ ਦੇ ਲੋਕ ਹੈਗੇ ਨੇ, ਵਿਰੋਧੀ ਧਿਰ ਦੇ ਲੋਕ ਕਿਸਾਨਾਂ ਦਾ ਭੇਖ ਧਾਰਨ ਕਰਕੇ ਭਈ ਕਿਸਾਨ ਨਕਲੀ ਕਿਸਾਨ ਬਣ ਕੇ ਇਸ ਅੰਦੋਲਨ ਦੇ ਵਿੱਚ ਉਹ ਘੁਸੇ ਹੋਏ ਆ। ਕਹਿ ਲਓ ਹਿੰਦੀ ਵਿੱਚ ਘੁਸੇ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਜੀ ਉਹਦੇ ਵਿੱਚ ਵੜੇ ਹੋਏ ਆ। ਮਤਲਬ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜੇ ਵਿਰੋਧ ਕਰ ਰਹੇ ਆ, ਜਿਹੜੇ ਸੰਘਰਸ਼ ਕਰ ਰਹੇ ਆ, ਜਿਹੜੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਵੀ ਉਹ ਕਿਸਾਨ ਨਹੀਂ ਹੈਗੇ। ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਜਿਹੜੇ ਵਿਰੋਧੀ ਧਿਰ ਦੇ ਵਿਰੋਧੀ ਪਾਰਟੀਆਂ ਹੈਗੇ, ਵਿਰੋਧੀ ਪਾਰਟੀਆਂ ਦੇ ਨੇਤਾ, ਉਹਨਾਂ ਦੇ ਬੰਦੇ ਹੈਗੇ ਆ ਜਿਹੜੇ ਇਹਦਾ ਵਿਰੋਧ ਕਰਨ ਵਾਸਤੇ ਸੜਕਾਂ ਦੇ ਉੱਪਰ ਉਤਰੇ ਹੋਏ ਨੇ 1 ਸਾਲ ਤੋਂ 1.5 ਸਾਲ ਤੋਂ। ਮੈਂ ਬੇਨਤੀ ਕਰਾਂ ਵੀ ਕੀ ਇਹ ਸੰਭਵ ਹੈ ਕਿ ਇੱਦਾਂ ਹੁੰਦਾ ਵੀ ਆਪਾਂ ਆਪਣਾ ਭੇਖ ਜਿਹੜਾ ਕੋਈ ਹੋਰ ਕਿਸੇ ਕਿਸਮ ਦਾ ਬਣਾ ਕੇ ਉੱਥੇ ਸੰਘਰਸ਼ ਦੇ ਵਿੱਚ ਜਾਈਏ ਔਰ ਉੱਥੇ ਪੁਲਿਸ ਦੀਆਂ ਕੁੱਟਾਂ ਵੀ ਖਾਈਏ ਔਰ ਆਪਣੀਆਂ ਜਾਨਾਂ ਤੱਕ ਵੀ ਦੇ ਦਈਏ। 800 ਦੇ ਕਰੀਬ ਕਿਸਾਨ
ਉੱਥੇ ਮਾਰੇ ਜਾ ਚੁੱਕੇ ਨੇ, ਸ਼ਹੀਦ ਹੋ ਚੁੱਕੇ ਨੇ। ਮੈਂ ਬੇਨਤੀ ਕਰਾਂ ਕਿ ਉਹ ਆਪਣੇ ਜਿਹੜੇ ਵਿਪਕਸ਼ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇਤਾ ਹੈਗੇ ਨੇ, ਆਗੂ ਹੈਗੇ ਨੇ, ਲੀਡਰ ਹੈਗੇ ਨੇ, ਉਹਨਾਂ ਦੇ ਕਹਿਣ ਤੇ ਉੱਥੇ ਬੈਠੇ ਹੋਏ ਆ। ਤੁਸੀਂ ਦੇਖੋ ਕਿੰਨੀ ਵੱਡੀ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ। ਔਰ ਮੈਂ ਕੱਲ ਵੀ ਗੱਲ ਕੀਤੀ ਸੀ ਆਪਣੇ ਇਸ ਮੰਚ ਤੋਂ ਕਿ ਦੋਸਤੋ ਜਿਹੜੀ ਇਹ ਸਰਕਾਰ ਹੈਗੀ ਆ, ਜਿਹੜੀ ਇਸ ਵੇਲੇ ਸੱਤਾ ਦੇ ਵਿੱਚ ਹੈਗੀ ਆ, ਦੇਸ਼ ਦੀ ਬੀਜੇਪੀ ਸਰਕਾਰ, ਨਰਿੰਦਰ ਮੋਦੀ ਦੀ ਸਰਕਾਰ, ਤੁਸੀਂ ਇਹਨਾਂ ਦਾ ਪਿਛਲਾ ਇਤਿਹਾਸ ਪੜ੍ਹ ਕੇ ਵੇਖ ਲਓ। ਮੈਂ ਬਹੁਤ ਜ਼ਿਆਦਾ ਪਿਛਲੀਆਂ ਗੱਲਾਂ ਨਹੀਂ ਕਰਦਾ ਹੈਗਾ, ਗੰਗੂ ਤੇ ਚੰਦੂ ਦੀਆਂ ਗੱਲਾਂ ਨਹੀਂ ਮੈਂ ਕਰਦਾ, ਮੈਂ ਹੁਣ ਤਾਜ਼ੀਆਂ ਗੱਲਾਂ ਕਰ ਲੈਂਦੇ ਆ। ਕਈਆਂ ਨੂੰ ਲੱਗਦਾ ਹੋਊਗਾ ਕਿ ਉਹ ਬਹੁਤ ਜ਼ਿਆਦਾ ਪੁਰਾਣੀਆਂ ਗੱਲਾਂ ਨੇ, ਪਰ ਇਹਨਾਂ ਦੀ ਬੈਕਗਰਾਊਂਡ, ਇਹਨਾਂ ਦੀ ਜਿਹੜੀ ਸੋਚ ਹੈਗੀ ਆ, ਕਿਸ ਕਿਸਮ ਦੇ ਇਹ ਮਾਲਕ ਨੇ, ਇਹਨਾਂ ਨੂੰ ਮਾੜੇ ਮੋਟੇ ਜਿਹੜੇ ਕੰਮ ਕਰਦੇ ਹੈਗੇ ਆ, ਜਿਹੜੇ ਦੱਸਦੇ ਕਿ ਅਸੀਂ ਚੰਗੇ ਕੰਮ ਕਰਦੇ ਆ, ਇਹਨਾਂ ਦੀ ਧਾਰਮਿਕ ਫਿਲਾਸਫੀ ਕੀ ਹੈਗੀ ਆ, ਇਹ ਕਿੱਥੋਂ ਗਿਆਨ ਗ੍ਰਹਿਣ ਕਰਦੇ ਆ, ਇਹ ਇਹਨਾਂ ਦਾ ਇਹ ਕਿੱਥੋਂ ਸਾਰਾ ਕੁਝ ਪ੍ਰਾਪਤ ਕਰਦੇ ਹੈਗੇ ਆ, ਇਹਨਾਂ ਦਾ ਬੈਕਗਰਾਊਂਡ ਜਿਹੜਾ ਹੈਗਾ ਉਹਨੂੰ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਆ। ਤੁਹਾਨੂੰ ਇਹਨਾਂ ਦੀ ਮਾਨਸਿਕਤਾ ਦਾ ਜ਼ਰੂਰ ਪਤਾ ਲੱਗੂਗਾ ਕਿ ਇਹ ਪਹਿਲਾਂ ਵੀ ਕੀ ਕਰਦੇ ਰਹੇ ਨੇ। ਚਲੋ ਆਪਾਂ ਪੁਰਾਣੀਆਂ ਗੰਗੂ ਤੇ ਚੰਦੂ ਦੀਆਂ ਗੱਲਾਂ ਛੱਡ ਦਿੰਦੇ ਆ, ਆਪਾਂ ਤਾਜ਼ੀਆਂ ਗੱਲਾਂ ਕਰ ਲੈਂਦੇ ਆ। 2014 ਤੋਂ ਬਾਅਦ ਜਦੋਂ ਦੀ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ, ਮੈਂ ਕੱਲ ਵੀ ਗੱਲ ਕੀਤੀ ਸੀ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈਗੀ, ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ। ਐਲਾਨ ਤੇ ਬੇਸ਼ੱਕ ਕੀਤਾ ਹੈਗਾ ਉਹਨਾਂ ਨੇ, ਔਰ ਐਲਾਨ ਨੂੰ ਸੁਣ ਲਿਆ ਸਾਰਿਆਂ ਨੇ ਕੰਨਾਂ ਦੇ ਨਾਲ, ਲੱਡੂ ਵੀ ਵੰਡ ਦਿੱਤੇ ਗਏ ਨੇ, ਕਈਆਂ ਨੇ ਖੁਸ਼ੀਆਂ ਵੀ ਮਨਾ ਲਈਆਂ ਕਿ ਸਾਡੀ ਜਿੱਤ ਹੋ ਚੁੱਕੀ ਹੈ। ਪਰ ਮੈਂ ਬੇਨਤੀ ਕੱਲ ਵੀ ਕੀਤੀ ਸੀ, ਜਾਗਦੇ ਰਹੋ ਭਾਈ, ਜਾਗਦੇ ਰਹੋ। ਇਹਨਾਂ ਦੇ ਪਿੱਛੇ ਆ 14 ਤੋਂ ਜਦੋਂ ਦੀ ਸਰਕਾਰ ਬਣੀ ਆ, ਇਹਨਾਂ ਨੇ ਕਿਹੜੇ ਵਾਅਦੇ ਕੀਤੇ ਸੀ, ਤੁਸੀਂ ਧਿਆਨ ਦਿਓ। ਮੈਂ 2-3 ਗੱਲਾਂ ਤੁਹਾਨੂੰ ਦੱਸੂਗਾ, ਸ਼ਾਇਦ ਤੁਹਾਡੇ ਕੋਲ ਹੋਰ ਬਹੁਤ ਸਾਰੇ ਇਦਾਂ ਦੀਆਂ ਵੱਡੀ ਲਿਸਟ ਹੋਊਗੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ, ਕਿ ਉਹ ਵਾਅਦੇ ਇਹਨਾਂ ਨੇ ਪੂਰੇ ਕੀਤੇ। ਨਰਿੰਦਰ ਮੋਦੀ ਹੋਰਾਂ ਨੇ ਆਖਿਆ ਸੀਗਾ ਕਿ ਅਸੀਂ ਦੇਸ਼ ਦੇ ਵਿੱਚ ਮਹਿੰਗਾਈ ਘੱਟ ਕਰ ਦਿਆਂਗੇ। ਝਾਤ ਮਾਰ ਕੇ ਵੇਖੋ ਅੱਜ ਕੀ ਇਹਨਾਂ ਨੇ ਇਸ ਮੁਲਕ ਦੇ ਵਿੱਚੋਂ ਮਹਿੰਗਾਈ ਘੱਟ ਕੀਤੀ। ਪੈਟਰੋਲ ਤੋਂ ਲੈ ਕੇ ਹੋਰ ਸਾਰੀਆਂ ਕੀਮਤਾਂ, ਤੁਸੀਂ ਜਿਹੜੇ ਘਰ ਵਿੱਚ ਬੀਬੀਆਂ ਸਮਾਨ ਵਰਤਦੀਆਂ ਨੇ, ਗੈਸ ਸਿਲੰਡਰ, ਤੁਸੀਂ ਦੇਖੋ ਕਿੱਥੋਂ ਸੀ ਕਿੱਥੇ ਚਲਾ ਗਿਆ। ਅੱਛੇ ਦਿਨ ਆਏਂਗੇ ਇਹ ਐਲਾਨ ਕੀਤਾ ਸੀ ਇਹਨਾਂ ਨੇ, ਲੋਕ ਵੀ ਮਗਰ ਬੋਲਣ ਲਾ ਲਏ ਸੀਗੇ ਵੀ ਹਾਂ ਜੀ, ਇਹ ਕਹਿੰਦੇ ਸੀ ਅੱਛੇ ਦਿਨ, ਲੋਕ ਮਗਰ ਬੋਲਦੇ ਸੀ ਕਹਿੰਦੇ ਆਏਂਗੇ। ਅੱਛੇ ਦਿਨ ਕਿਆ ਆਏ हैं? ਇੱਕ ਸਵਾਲ ਹੈਗਾ, ਆਪਣੇ ਮਨ ਨੂੰ ਜ਼ਰੂਰ ਪੁੱਛ ਕੇ ਵੇਖਿਓ ਕਿ ਇਹਨਾਂ ਨੇ ਚੰਗੇ ਦਿਨ ਲਿਆਂਦੇ ਇਸ ਮੁਲਕ ਦੇ ਲੋਕਾਂ ਦੇ, ਮਹਿੰਗਾਈ ਘੱਟ ਹੋਈ ਜਾਂ ਨਹੀਂ। ਸਵਾਲ ਹੈਗਾ ਜੀ ਇਹ ਕਿ ਇਹ ਵਾਅਦਾ ਇਹਨਾਂ ਨੇ ਪੂਰਾ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਆਖਿਆ ਸੀ ਕਿ ਪਾਕਿਸਤਾਨ ਸਾਡੇ ਨਾਲ ਪੰਗੇ ਲੈਂਦਾ, ਇਹਨਾਂ ਦੇ ਮੁਤਾਬਕ ਪਾਕਿਸਤਾਨ ਪੰਗੇ ਲੈਂਦਾ ਸਾਡੇ ਨਾਲ, ਅਸੀਂ ਉਹਨੂੰ ਵੀ ਸਬਕ ਸਿਖਾਵਾਂਗੇ ਤੇ ਚੀਨ ਦੀ ਵੀ ਆਪਾਂ ਅਕਲ ਟਿਕਾਣੇ ਲਿਆ ਕੇ ਛੱਡਾਂਗੇ, ਇੱਦਾਂ ਵੀ ਇਹਨਾਂ ਨੇ ਆਖਿਆ ਸੀ। ਪਰ ਤੁਸੀਂ ਵੇਖੋ ਚੀਨ ਵਾਲੇ ਜਿਹੜੇ ਹੈਗੇ ਨੇ ਭਾਰਤੀ ਫੌਜ ਨੂੰ ਚਪੇੜਾ ਮਾਰ ਕੇ ਭਜਾਉਂਦੇ ਹੈਗੇ ਆ, ਔਰ ਕਿੰਨੇ ਕਿਲੋਮੀਟਰ ਉਹ ਇਹਨਾਂ ਦਾ ਏਰੀਆ ਨੱਪ ਚੁੱਕੇ ਨੇ। ਵਾਅਦਾ ਕੀਤਾ ਸੀ ਇਹਨਾਂ ਨੇ ਪੂਰਾ ਕਰ ਪਾਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਵਾਲ ਹੈਗੇ ਨੇ। ਇਹਨਾਂ ਨੇ ਇੱਕ ਵਾਅਦਾ ਹੋਰ ਕੀਤਾ ਸੀ कि ਜਦੋਂ ਨੋਟਬੰਦੀ ਕੀਤੀ ਸੀਗੀ, ਅਸੀਂ ਨੋਟਬੰਦੀ कर रहे हैं, इससे लोगों को फायदा होगा, देश की अर्थव्यवस्था ठीक हो जाएगी। कि ਜਿਹੜਾ ਇਹ ਵਾਅਦਾ ਇਹਨਾਂ ਨੇ ਕੀਤਾ ਸੀ ਨੋਟਬੰਦੀ ਵਾਲਾ, कि अर्थव्यवस्था देश ਦੀ ठीक हो पाई है। जीएसटी लागू ਕੀਤਾ ਸੀਗਾ, ਸਾਰਾ ਕੁਝ ਠੀਕ ਹੋ ਜਾਊਗਾ। ਦੇਸ਼ ਦੇ ਜਿਹੜੇ ਵਪਾਰੀ ਹੈਗੇ ਨੇ, ਜਿਹੜੇ ਵਪਾਰ ਕਰਦੇ ਆ, ਬਿਜ਼ਨਸਮੈਨ ਹੈਗੇ ਨੇ, ਜਿਹੜੇ ਦੁਕਾਨਦਾਰ ਹੈਗੇ ਨੇ, ਜਿਨ੍ਹਾਂ ਨੇ GST ਨੰਬਰ ਲਿਆ ਹੋਇਆ, ਉਹ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨੀ। ਇਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਸੀਂ GST ਲਾਗੂ ਕਰ ਰਹੇ ਆ, GST ਨੰਬਰ ਲਓ। ਉਹ ਦੱਸਣ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਇਹਦੇ ਨਾਲ ਅਰਥ ਵਿਵਸਥਾ ਠੀਕ ਹੋ ਜਾਊਗੀ। ਨੋਟਬੰਦੀ ਤੇ GST ਕੀ ਅਰਥ ਵਿਵਸਥਾ ਠੀਕ ਹੋਈ? ਇਹ ਆਪਣੇ ਵਾਅਦੇ ਦੇ ਉੱਪਰ ਖਰੇ ਉਤਰੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ कि ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ। विदेशों तो काला धन लाएंगे, विदेशों से काला धन वापस लेके आएंगे, उससे ये हो जाएगा, वो हो जाएगा। लंबी चौड़ी लिस्ट सी, बहुत ज़्यादा गल्लां बातां हैगियां ने। मैं बेनती करा, बहुत सारे वादे तुहानूं भी चेते होणगे, सानूं ते भुल्लण दी आदत आ, असीं भुੱਲ ਜਾਂਦੇ ਹਾਂ कई बार, पर याद रखने की जरूरत है। इन्होंने किहड़े-किहड़े वादे कीते सीगे, वादियां दे उपर खरे उतरे ने जां नहीं, चेते रखने की जरूरत है। विदेशों से काला धन लाएंगे, इन्होंने तो कैलकुलेशन भी कर ली सी कि साडे देश दे विच लोकां दी संख्या कितनी हैगी, नागरिकां दी संख्या कितनी है, और एक जिहड़ा बंदा हैगा देश का नागरिक, ਉਹਦੇ ਖਾਤੇ ਵਿੱਚ ਕਿੰਨੇ ਪੈਸੇ ਆ ਜਾਣਗੇ। ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ, ਕਿਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਲੋਕ ਸਵਾਲਾਂ ਦੇ ਜਵਾਬ ਦੇ ਸਕਣ, ਇਹਨਾਂ ਦੀ ਪਾਰਟੀ ਦੇ ਲੋਕ ਵੀ ਜਵਾਬ ਦੇ ਸਕਣ ਪਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਉਹ ਇਹਨਾਂ ਵਾਅਦਿਆਂ ਨੂੰ ਪੂਰੇ ਕਰ ਪਾਏ। ਕੋਈ ਦੱਸੇ ਜੀ ਹੱਥ ਖੜਾ ਕਰਕੇ ਕਿਸੇ ਦੇ ਵੀ ਅਕਾਊਂਟ ਦੇ ਵਿੱਚ ਉਹਨੇ ਰੁਪਈਏ ਆਏ, ਲੱਖਾਂ ਰੁਪਈਏ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਗੇ। ਆਏ ਮੇਰੇ ਤਾਂ ਨਹੀਂ ਆਏ, ਜੇ ਕਿਸੇ ਦੇ ਆਏ ਤਾਂ ਜ਼ਰੂਰ ਦੱਸੋ। ਇਹ ਵਾਅਦੇ ਕੀਤੇ ਸੀ ਇਹਨਾਂ ਨੇ, ਕਾਲਾ ਧਨ ਵਾਪਸ ਲਾਏਂਗੇ, ਆਇਆ बताओ। जे किसी ਨੂੰ लगता भी आया तो दसो जी, किसी के अकाउंट में पैसे आए तो बताओ।
ਸੋ ਮੈਂ ਗੱਲ ਇਹ ਕਰ ਰਿਹਾ ਹੈਗਾ ਕਿ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਅੱਜ ਤੱਕ ਪੂਰੇ ਨਹੀਂ ਕੀਤੇ ਹੈਗੇ। ਸੋ ਜਿਹੜਾ ਹੁਣ ਇਹਨਾਂ ਨੇ ਐਲਾਨ ਕੀਤਾ ਹੈਗਾ, ਇੱਕ ਵਾਅਦਾ ਕੀਤਾ, ਇੱਕ ਕਮਿਟਮੈਂਟ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹਨਾਂ ਵੱਲੋਂ ਕੀਤਾ ਹੋਇਆ ਇਹ ਐਲਾਨ ਕੀ ਨੇਪਰੇ ਚੜੂੰਗਾ, ਕੀ ਇਹ ਨੇਪਰੇ ਚਾੜਨਗੇ। ਮੈਂ ਬੇਨਤੀ ਕਰਾਂ, ਮੈਂ ਕੱਲ ਵੀ ਗੱਲ ਕੀਤੀ ਸੀ, ਹੋ ਸਕਦਾ ਇਹਨਾਂ ਦੀ ਮਜਬੂਰੀ ਬਣ ਗਈ। ਕਈ ਵਾਰ ਸਾਨੂੰ ਇਹ ਲੱਗਦਾ ਕਿ ਸਾਡੀ ਜਿੱਤ ਹੋ ਗਈ ਹੈ, ਪਰ ਉਹਨਾਂ ਦੇ ਉੱਪਰ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਆਪਣੀ ਜਿੱਤ ਹੋ ਗਈ ਹੈ, ਆਪਣੀ ਥਾਂ ਦੇ ਉੱਪਰ ਆਪਣੇ ਪੈਰ ਗੱਡ ਕੇ ਰੱਖਣ ਦੀ ਜ਼ਰੂਰਤ ਹੈ, ਆਪਣੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਕੇ ਰੱਖਣ ਦੀ ਵੀ ਜ਼ਰੂਰਤ ਹੈ। ਜਿੱਥੇ ਆਪਣੇ ਉੱਪਰ ਮਾਣ ਕਰਨਾ ਵੀ ਇੱਕ ਚੰਗੀ ਗੱਲ ਹੈਗੀ ਹੈ ਕਿ ਸਾਨੂੰ ਮਾਣ ਹੈ ਆਪਣੀ ਏਕਤਾ ਦੇ ਉੱਪਰ, ਕਿ ਅਸੀਂ ਆਪਣੀ ਏਕਤਾ ਦੇ ਬਲ ਦੇ ਨਾਲ, ਅਸੀਂ ਆਪਣੇ ਦ੍ਰਿੜ ਇਰਾਦਿਆਂ ਦੇ ਨਾਲ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ। ਜਿੱਥੇ ਇਹ ਮਾਣ ਬਰਕਰਾਰ ਰੱਖਣਾ ਜ਼ਰੂਰੀ ਹੈ ਔਰ ਉਸ ਮਾਣ ਦਾ ਪ੍ਰਚਾਰ ਕਰਨਾ ਜ਼ਰੂਰੀ ਹੈ, ਉੱਥੇ ਇਹਨਾਂ ਦੇ ਉੱਪਰ ਨਿਗਾਹ ਰੱਖਣੀ ਵੀ ਬੜੀ ਜ਼ਰੂਰੀ ਹੈ। ਸੌ ਨਹੀਂ ਜਾਣਾ ਢੋਲ ਢਮਕਿਆਂ ਦੀ ਗੂੰਜ ਦੇ ਵਿੱਚ, ਕਿਤੇ ਗਲਤਾਨ ਹੋ ਕੇ ਨਹੀਂ ਰਹਿ ਜਾਣਾ। ਇਲੈਕਸ਼ਨ ਆ ਰਹੇ ਨੇ ਮੋਰੇ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਲੈਕਸ਼ਨ ਆ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਆ ਰਹੇ ਨੇ। ਹੁਣ ਜਦੋਂ ਵੱਖ-ਵੱਖ ਸੂਬਿਆਂ ਦੇ ਵਿੱਚ ਇਲੈਕਸ਼ਨ ਆ ਰਹੇ ਹੋਣ ਮੋਰੇ, ਔਰ ਪੰਜਾਬ ਦੇ ਵਿੱਚ ਤੁਸੀਂ ਦੇਖੋ, ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਤੁਸੀਂ ਦੇਖੋ, ਬੀਜੇਪੀ ਦੇ ਜਿਹੜੇ ਵੱਡੇ ਵੱਡੇ ਲੀਡਰ ਹੈਗੇ ਨੇ, ਛੋਟੇ ਛੋਟੇ ਲੀਡਰ ਹੈਗੇ ਨੇ, ਉਹਨਾਂ ਸਾਰਿਆਂ ਦਾ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ। ਭਲਾ ਇਹ ਹੋ ਸਕਦਾ ਹੈ ਕਿ ਉਹ ਦੇਸ਼ ਦੇ ਆਪਣੇ ਤੋਂ ਉੱਪਰਲੇ ਜਿਹੜੇ ਲੀਡਰ ਹੈਗੇ ਨੇ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਨਾ ਕਰਦੇ ਹੋਣ ਕਿ ਭਾਈ ਸਾਡਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ, ਕਿਰਪਾ ਕਰਕੇ ਕੁਛ ਇੱਦਾਂ ਦਾ ਫੈਸਲਾ ਕਰੋ, ਅਸੀਂ ਲੋਕਾਂ ਦੇ ਵਿੱਚ ਜਾਈਏ, ਆਪਣਾ ਆਧਾਰ ਤਾਂ ਕਾਇਮ ਕਰਨ ਦੀ ਕੋਸ਼ਿਸ਼ ਕਰੀਏ। ਇਲੈਕਸ਼ਨ ਮੋਰੇ ਆ ਗਏ ਆ, ਲੋਕ ਤੇ ਸਾਡੇ ਝੱਗੇ ਪਾੜਦੇ ਪਏ ਆ, ਲੋਕ ਸਾਡੇ ਪਜਾਮੇ ਲਾ ਰਹੇ ਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਹੋ ਸਕਦਾ ਜਿਹੜੀ ਇਹ ਗੱਲ ਬਿਹਾਰ ਦੇ ਖੇਤੀ ਮੰਤਰੀ ਨੇ ਕਹੀ ਆ ਵੀ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਕੋਈ ਐਡੀ ਗੱਲ ਨਹੀਂ ਹੈਗੀ ਵੀ ਇਹ ਫਿਰ ਲਾਏਂਗੇ ਨਰਿੰਦਰ ਮੋਦੀ। ਸੋ ਇਹਨਾਂ ਦੇ ਆਪਣੇ ਹੀ ਬੀਜੇਪੀ ਦੇ ਮੰਤਰੀ ਨੇ ਇੱਕ ਤਰ੍ਹਾਂ ਪੋਲ ਖੋਲ ਕੇ ਰੱਖ ਦਿੱਤੀ ਹੈ। ਹੁਣ ਗੱਲ ਇਹ ਆ, ਜੇ ਦੇਸ਼ ਦੇ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਕਹਿ ਰਿਹਾ ਹੈਗਾ, ਇਹਨਾਂ ਦੇ ਆਪਣੇ ਮੰਤਰੀ ਹੈਗੇ ਨੇ, ਬੀਜੇਪੀ ਦੇ ਮੰਤਰੀ ਹੈਗੇ ਨੇ, ਖੇਤੀ ਮੰਤਰੀ ਹੈਗੇ ਨੇ, ਅਖਬਾਰਾਂ ਵਿੱਚ ਖਬਰਾਂ ਲੱਗੀਆਂ ਨੇ, ਉਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਏ ਦੱਸ ਰਹੇ ਨੇ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹੈਗਾ। ਮੈਂ ਤੁਹਾਨੂੰ ਖਬਰ ਵੀ ਸਾਰੀ ਵਿਖਾਈ ਹੈ, ਤੁਸੀਂ ਦੇਖ ਸਕਦੇ ਹੋ ਸਾਰਾ ਕੁਝ। ਹੁਣ ਗੱਲ ਇਹ ਆ ਵੀ ਜੇ ਉਹਨਾਂ ਦੇ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਕਹਿੰਦੇ ਆ ਵੀ ਪੁਨਰ ਜਨਮ ਹੋਗਾ, ਇਹ ਖੇਤੀ ਕਾਨੂੰਨ, ਕਾਲੇ ਕਾਨੂੰਨ ਫਿਰ ਆਉਣਗੇ, ਇਹਦਾ ਮਤਲਬ ਇਹ ਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਮੁਤਾਬਕ, ਆਪਣੇ ਹੀ ਮੰਤਰੀ ਦੇ ਮੁਤਾਬਕ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸਾਨਾਂ ਨੂੰ ਬੇਵਕੂਫ ਬਣਾ ਲਵਾਂਗੇ ਤੇ ਔਰ ਸਾਡੀਆਂ ਗੱਲਾਂ ਵਿੱਚ ਆ ਜਾਣਗੇ। ਕੀ ਉਹਨਾਂ ਨੂੰ ਇਹ ਲੱਗਦਾ? ਇੱਕ ਹੋਰ ਸਵਾਲ ਹੈਗਾ ਵੀ ਕੀ ਇਹ ਲੋਕ, ਇਹਨਾਂ ਦੇ ਮੰਤਰੀ ਸੰਤਰੀ, ਸਾਰੇ ਪ੍ਰਧਾਨ ਮੰਤਰੀ, ਮੁੱਖ, ਕੀ ਇਹ ਸਾਰੇ ਜਣੇ ਇੱਕ ਦੂਜੇ ਦੇ ਨਾਲ ਤਾਂ ਬਹਿ ਕੇ ਵਿਚਾਰ ਨਹੀਂ ਕਰਦੇ ਹੈਗੇ? ਵਿਚਾਰ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਕਿ ਨਹੀਂ ਜੀ ਆਪਾਂ ਨਹੀਂ ਵਾਪਸ ਲੈ ਕੇ ਆਉਣੇ ਜਾਂ ਹਾਂ ਲੈ ਕੇ ਆਉਣੇ ਆ? ਇਹਨਾਂ ਦੇ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈਗਾ ਭਲਾ? ਕਿਸੇ ਗੱਲ ਦਾ ਕੋਈ ਜਵਾਬ ਕੀ ਇਹਨਾਂ ਦੇ ਕੋਲ ਹੈਗਾ? ਜਾਂ ਕਿਤੇ ਇਦਾਂ ਹੈਗਾ ਵੀ ਇਹਨਾਂ ਦੇ ਆਪਸ ਵਿੱਚ ਵੀ ਕੋਈ ਪਾਟੋ ਧਾੜ ਹੈਗੀ ਆ ਵੀ ਉਹ ਕਹਿੰਦੇ ਕਿ ਹਾਂ ਆਪਾਂ ਵਾਪਸ ਕਰਨ ਦਾ ਐਲਾਨ ਕੀਤਾ ਤੇ ਵਾਪਸ ਅਸੀਂ ਜ਼ਰੂਰ ਕਰਾਂਗੇ, ਤੇ ਇਹਨਾਂ ਦੀ ਆਪਸ ਵਿੱਚ ਪਾਟੋ ਧਾੜ ਆ ਸ਼ਾਇਦ, ਇਸ ਕਰਕੇ ਇਹ ਆਪਣੀ ਹੀ ਪਾਰਟੀ ਦੇ ਖਿਲਾਫ ਇਹ ਗੱਲ ਕਰ ਰਹੇ ਨੇ ਕਿ ਦੇਸ਼ ਕੇ ਪ੍ਰਧਾਨ ਮੰਤਰੀ ਫਿਰ ਇਨ ਕਾਨੂੰਨੋਂ ਕੋ ਲਾਏਂਗੇ। ਸੋ ਉਹਨਾਂ ਨੂੰ ਤਾਂ ਇਹ ਵੀ ਲੱਗਦਾ ਹੈਗਾ, ਜਿੱਦਾਂ ਮੈਂ ਕੱਲ ਵੀ ਆਖਿਆ ਸੀਗਾ ਕਿ ਮੋਦੀ ਹੋਰਾਂ ਦੇ ਭਾਸ਼ਣ ਨੂੰ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ। ਉਹਨਾਂ ਦਾ ਇਹ ਕਹਿਣਾ ਹੈਗਾ, ਕੱਲ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਚੰਗੇ ਕਾਨੂੰਨ ਹੈਗੇ ਸੀ, ਕਾਲੇ ਨਹੀਂ ਹੈਗੇ। ਕਾਲੇ ਦਾ ਕਿਸਾਨ ਕਹਿੰਦੇ ਆ, ਲੋਕ ਕਹਿੰਦੇ ਆ, ਪੱਤਰਕਾਰ ਵੀ ਕਹਿੰਦੇ ਆ, ਚੈਨਲਾਂ ਵਾਲੇ ਵੀ ਕਹਿੰਦੇ ਆ, ਜਿਹੜਾ ਸਰਕਾਰੀ ਮੀਡੀਆ ਨਹੀਂ ਹੈਗਾ ਉਹ ਕਹਿੰਦਾ ਕਾਲੇ ਕਾਨੂੰਨ, ਪਰ ਇਹਨਾਂ ਦੇ ਮੁਤਾਬਕ ਉਹ ਕਾਨੂੰਨ ਚਿੱਟੇ ਨੇ, ਚੰਗੇ ਨੇ, ਚਿੱਟੇ ਨੇ। ਇਹਨਾਂ ਦੇ ਮੁਤਾਬਕ ਅਸੀਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਮਝਾ ਨਹੀਂ ਪਾਏ। ਸੋ ਇਹਨਾਂ ਨੇ ਵੀ ਇਹੀ ਗੱਲ ਆਖੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਦਮੇ ਦਾ ਭਾਵ ਇਹ ਹੋ ਸਕਦਾ ਕਿ ਚੋਣਾਂ ਤੋਂ ਬਾਅਦ ਅਸੀਂ ਫਿਰ ਕਿਸਾਨਾਂ ਨੂੰ ਸਮਝਾ ਲਾਂਗੇ, ਭਾਵ ਕਿ ਫਿਰ ਅਸੀਂ ਇਹ ਉਹਨਾਂ ਦੇ ਉੱਪਰ ਥੋਪ ਦਿਆਂਗੇ। ਮੈਂ ਬੇਨਤੀ ਕਰਾਂ, ਭਰੋਸਾ ਕਰਨ ਦੀ ਜ਼ਰੂਰਤ ਨਹੀਂ, ਜਾਗਦੇ ਰਹਿਣ ਦੀ ਜ਼ਰੂਰਤ ਹੈ। ਹੁਣ ਸ਼ਾਇਦ ਇਸੇ ਕਰਕੇ ਹੀ ਰਾਕੇਸ਼ ਟਕੈਤ ਹੋ ਗਏ ਜਾਂ ਹੋਰ ਕੁਝ ਕਿਸਾਨ ਆਗੂ, ਉਹਨਾਂ ਨੇ ਸ਼ਾਇਦ ਇਸੇ ਕਰਕੇ ਕਿਹਾ ਹੈਗਾ ਕਿ ਅਸੀਂ ਧਰਨੇ ਚੁੱਕਣੇ ਨਹੀਂ ਹੈਗੇ ਜਿੰਨਾ ਚਿਰ ਲਿਖਤੀ ਰੂਪ ਦੇ ਵਿੱਚ ਸਾਨੂੰ ਸਾਰਾ ਕੁਝ ਮਿਲ ਨਹੀਂ ਜਾਂਦਾ ਹੈਗਾ, ਜਿੰਨਾ ਚਿਰ ਸਾਰੀ ਸੰਵਿਧਾਨਕ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ, ਪੂਰੀ ਤਰ੍ਹਾਂ ਇਹ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ, ਉਹਨਾਂ ਚਿਰ ਅਸੀਂ ਉੱਥੋਂ ਨਹੀਂ ਉੱਠਣਾ। ਸ਼ਾਇਦ ਇਹ ਜਿਹੜੇ ਕਿਸਾਨ ਆਗੂ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ, ਸ਼ਾਇਦ ਉਹ ਜਾਗਦੇ ਨੇ, ਸ਼ਾਇਦ ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਦੀ ਫਿਤਰਤ ਹੈ ਗੱਲ ਕਰਕੇ ਮੁੱਕਰ ਜਾਣਾ, ਗੱਲ ਕਰਕੇ ਭੱਜ ਜਾਣਾ। ਮੈਂ ਬੇਨਤੀ ਕਰਾਂ, ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਜ਼ਿਆਦਾਤਰ ਭੁੱਲਣ ਦੀ ਆਦਤ ਹੈ। ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ ਹੁੰਦਾ ਹੈ, ਅਸੀਂ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਹਾਂ ਤੇ ਉਹਨਾਂ ਦੀਆਂ ਸਰਕਾਰਾਂ ਬਣਾਉਂਦੇ ਆ।
ਜਿਨ੍ਹਾਂ ਨੇ ਸਾਡੇ ਸਮੂਹਿਕ ਕਤਲੇਆਮ, ਜਿਨ੍ਹਾਂ ਨੇ ਸਾਡੀ ਨਸਲਕੁਸ਼ੀ ਕੀਤੀ ਹੁੰਦੀ ਹੈ, ਅਸੀਂ ਤੇ ਉਹਨਾਂ ਨੂੰ ਵੀ ਭੁੱਲ ਜਾਂਦੇ ਹਾਂ। ਮੈਂ ਇਸ ਕਰਕੇ ਬਾਰ-ਬਾਰ ਕੱਲ੍ਹ ਤੋਂ ਲੈ ਕੇ ਅੱਜ ਤੱਕ ਲਗਾਤਾਰ ਕਹਿ ਰਿਹਾ ਹੈਗਾ ਇਹ ਗੱਲ ਕਿ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਉਹਨਾਂ ਨੇ ਗੱਲ ਕਹੀ ਹੈ, ਸੁਣ ਲਈ ਹੈ, ਲੱਡੂ ਵੰਡ ਲੈ ਕਈਆਂ ਨੇ, ਖੁਸ਼ੀ ਮਨਾ ਲਈ ਕਈਆਂ ਨੇ, ਪਰ ਆਪਣੀ ਬਾਜ਼ ਅੱਖ ਜਿਹੜੀ ਆ ਉਹ ਜ਼ਰੂਰ ਰੱਖਣੀ ਹੈ। ਬਾਕੀ ਇੱਕ ਹੋਰ ਵੀ ਗੱਲ ਹੈਗੀ ਆ, ਜੇ ਲਿਖਤੀ ਰੂਪ ਦੇ ਵਿੱਚ ਸਾਹਮਣੇ ਸਾਰਾ ਕੁਝ ਆ ਵੀ ਜਾਂਦਾ ਹੈਗਾ ਤਾਂ ਸਰਕਾਰਾਂ ਦੇ ਹੱਥ ਵਿੱਚ ਜਦੋਂ ਸਭ ਕੁਝ ਹੈਗਾ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਸੀਗਾ ਹੀ, ਅਗਲੇ ਨੇ ਕਾਗਜ਼ ਦਾ ਟੁਕੜਾ ਮਿੰਟ ਲਾਇਆ, ਅਗਲੇ ਨੇ ਪਾੜ ਕੇ ਸੁੱਟ ਦਿੱਤਾ, ਧਾਰਾ 370 ਉੱਥੋਂ ਹਟਾਤੀ ਉਹਨਾਂ ਨੇ। ਸੋ ਸਾਰਾ ਕੁਝ ਕਰ ਸਕਦੇ ਹੁੰਦੇ ਆ। ਜਾਗਦੇ ਰਹਿਣ ਦੀ ਜ਼ਰੂਰਤ ਹੈ, ਨੰਬਰ 1। ਨੰਬਰ 2, ਆਪਣੀ ਏਕਤਾ ਨੂੰ ਹਰ ਹੀਲੇ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਜਿਹੜੀ ਗੱਲ ਇਹਨਾਂ ਨੇ ਆਖੀ ਆ ਵੀ ਫਿਰ ਲਾਏਂਗੇ, ਵੀ ਇਹ ਕਾਨੂੰਨ ਰੱਦ ਵਾਲੀ ਗੱਲ ਕੋਈ ਨਹੀਂ ਹੈਗੀ, ਬਾਅਦ ਵਿੱਚ ਫਿਰ ਲਾਏਂਗੇ, ਚੋਣਾਂ ਤੋਂ ਬਾਅਦ ਵਿੱਚ ਫਿਰ ਲਾਏਂਗੇ, ਭਾਵ ਇਹੀ ਹੋ ਸਕਦਾ ਹੈ। ਬਾਅਦ ਵਿੱਚ ਦਾ ਭਾਵ ਹੋਰ ਕੀ ਹੈਗਾ। ਸੋ ਜਾਗਦੇ ਰਹਿਣ ਦੀ ਜ਼ਰੂਰਤ ਹੈ। ਮੈਂ ਬੇਨਤੀ ਕਰਾਂ, ਜੇ ਇਹ ਕਾਨੂੰਨ ਰੱਦ ਹੋ ਵੀ ਜਾਂਦੇ ਨੇ, ਮੰਨ ਲਓ, ਤਦ ਵੀ ਉਸ ਤੋਂ ਬਾਅਦ ਵੀ ਬੇਨਤੀ ਕਰਾਂ, ਜਿੱਦਾਂ ਹੁਣ ਪੂਰੇ ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ, ਵੈਸਟ ਬੰਗਾਲ, ਜਿੱਦਾਂ ਸਾਰੇ ਮੁਲਕ ਦੇ ਸਾਰੇ ਦੇਸ਼ ਦੇ ਕਿਸਾਨਾਂ ਨੇ ਇੱਕ ਤਰ੍ਹਾਂ ਇਕਜੁੱਟਤਾ ਦਾ ਸਬੂਤ ਦਿੱਤਾ ਹੈਗਾ। ਜੇ ਰੱਦ ਹੋ ਵੀ ਜਾਂਦੇ ਨੇ ਤਦ ਵੀ ਆਪਣੀ ਇਕਜੁੱਟਤਾ ਨੂੰ ਬਣਾਈ ਰੱਖਣ ਦੀ ਲੋੜ ਹੈਗੀ ਆ, ਕਿਉਂਕਿ ਇਕਜੁੱਟਤਾ ਦੇ ਨਾਲ ਹੀ ਇਹ ਸਾਰਾ ਕੁਝ ਸੰਭਵ ਹੋ ਪਾਇਆ। ਕੁਝ ਹੋਰ ਵਜ੍ਹਾ ਹੈਗੀਆਂ ਨੇ, ਕੁਝ ਹੋਰ ਵੀ ਕਾਰਨ ਹੈਗੇ ਨੇ, ਜਿਨ੍ਹਾਂ ਕਾਰਨਾਂ ਦੇ ਕਰਕੇ ਇਹਨਾਂ ਦੇ ਉੱਪਰ ਪ੍ਰੈਸ਼ਰ ਪਿਆ ਹੈਗਾ। ਕੁਝ ਇੱਦਾਂ ਦੇ ਕਾਰਨ ਹੈਗੇ ਨੇ ਜਿਨ੍ਹਾਂ ਦਾ ਆਪਾਂ ਇੱਥੇ ਬੈਠ ਕੇ ਬਿਆਨ ਨਹੀਂ ਕਰ ਸਕਦੇ, ਪਰ ਸਮਝਣ ਵਾਲੇ ਬੜੇ ਸਮਝਦਾਰ ਹੁੰਦੇ ਨੇ। ਸੋ ਸਾਰਾ ਕੁਝ ਜਿਹੜਾ ਹੈਗਾ ਉਹਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦੀ ਜ਼ਰੂਰਤ ਹੈਗੀ ਆ। ਇਹ ਕੋਈ ਕੰਮ ਜਿਹੜੇ ਕੀਤੇ ਜਾ ਰਹੇ ਨੇ, ਏਕਤਾ ਘੱਟੋ ਘੱਟ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਤਾਂ ਤੁਹਾਨੂੰ ਆਗਿਆ ਦਿੰਦਾ ਹੀ ਆ ਨਾ ਕਿ ਤੁਸੀਂ ਇਕੱਠੇ ਹੋ ਕੇ ਸੰਘਰਸ਼ ਕਰ ਸਕੋ। ਸੋ ਜਿਹੜੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਦੇ ਉੱਪਰ ਦਬਾਅ ਬਣਾ ਕੇ ਰੱਖ ਸਕਦੇ ਹੋ, ਇੱਕ ਵਾਜਬ ਜਿਹੇ ਤਰੀਕੇ ਦੇ ਨਾਲ ਵਾਜਬ ਮੰਗਾਂ ਦੇ ਉੱਪਰ ਉਹਨੂੰ ਲਗਾਤਾਰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਉਹਨੂੰ ਲਗਾਤਾਰ ਉਸ ਦਬਾਅ ਨੂੰ ਬਣਾ ਕੇ ਰੱਖਣ ਦੀ ਜ਼ਰੂਰਤ ਹੈ, ਤਾਂ ਜੋ ਇਹ ਕਿਸੇ ਵੀ ਕਿਸਮ ਦਾ ਕੋਈ ਦੇਸ਼ ਵਿਰੋਧੀ ਜਾਂ ਦੇਸ਼ ਦੇ ਨਾਗਰਿਕਾਂ ਦੇ ਵਿਰੋਧੀ ਫੈਸਲਾ ਲੈਣ ਤੋਂ ਪਹਿਲਾਂ ਹੀ 100 ਵਾਰੀ ਸੋਚਿਆ ਕਰਨ। ਸੋ ਜਾਗਦੇ ਰਹੋ। ਮੈਂ ਕੱਲ ਆਪਣੇ ਤੌਰ ਤੇ ਗੱਲ ਕੀਤੀ ਸੀਗੀ ਕਿ ਜਾਗਦੇ ਰਹੋ। ਸਾਰੀਆਂ ਅਖਬਾਰਾਂ ਨੇ ਮੈਂ ਵੇਖ ਰਿਹਾ ਸੀਗਾ ਅੱਜ ਤਾਰੀਫਾਂ ਕੀਤੀਆਂ ਨੇ, ਸੋਲੇ ਗਾਏ ਨੇ, ਵੱਖ-ਵੱਖ ਲੀਡਰਾਂ ਨੇ ਵੀ ਸੋਲੇ ਗਾਤੇ, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਲੇ ਗਾਤੇ, ਸੁਖਬੀਰ ਬਾਦਲ ਵੀ ਸੋਲੇ ਗਾਤੇ, ਅਕਾਲ ਤਖਤ ਕਹਿੰਦੇ ਸੀਗੇ ਜੀ ਬੀਜੇਪੀ ਇਹ ਹੈ, ਬੀਜੇਪੀ ਉਹ ਹੈ, ਅੱਜ ਸੋਲੇ ਗਾਤੇ। ਨਾਲ ਕਿਸੇ ਨੇ ਵੀ ਇਹ ਗੱਲ ਨਹੀਂ ਆਖੀ ਹੈਗੀ ਕਿ ਜਾਗਦੇ ਰਹੋ। ਮੈਂ ਬੇਨਤੀ ਕਰਾਂ, ਉਹ ਪੱਤਰਕਾਰ, ਉਹ ਮੀਡੀਆ ਤੇ ਉਹ ਆਗੂ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਭਰੋਸਾ ਨਾ ਕਰਿਓ ਭਾਈ, ਜਾਗਦੇ ਰਹੋ, ਉਹ ਵਧਾਈ ਦੇ ਪਾਤਰ ਨੇ। ਕਿਉਂਕਿ ਜਦੋਂ ਮੈਂ ਪਹਿਲਾਂ ਤੁਹਾਨੂੰ ਛੋਟੀ ਜਿਹੀ ਲਿਸਟ ਦੱਸੀ ਆ, ਤੁਹਾਡੇ ਕੋਲ ਵੀ ਹੋ ਸਕਦੀ ਹੈ ਲਿਸਟ ਵੱਡੀ ਇਹਨਾਂ ਦੇ ਵਾਅਦਿਆਂ ਦੀ, ਪਰ ਇਹਨਾਂ ਨੇ ਉਹਨਾਂ ਵਾਅਦਿਆਂ ਦੇ ਉੱਪਰ ਇਹਨਾਂ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ। ਵਾਅਦੇ ਜੋ ਵਫਾ ਨਹੀਂ ਹੋਏ, ਉਹ ਚੇਤੇ ਰੱਖਣ ਦੀ ਜ਼ਰੂਰਤ ਹੈ। ਭੁੱਲ ਨਾ ਜਾਇਓ, ਖੁਸ਼ੀਆਂ ਦੇ ਵਿੱਚ ਗਲਤਾਨ ਨਾ ਹੋ ਜਾਇਓ। ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਬਿਹਾਰ ਦੇ ਖੇਤੀ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਪੋਲ ਖੋਲ੍ਹ ਕੇ ਰੱਖੀ ਹੈਗੀ ਆ। ਉਹ ਸਾਨੂੰ ਬਹੁਤ ਕੁਝ ਦੱਸਦੀ ਹੈ, ਉਹ ਸਾਨੂੰ ਸੁਚੇਤ ਕਰਦੀ ਹੈ। ਜੇ ਅਸੀਂ ਫਿਰ ਵੀ ਸੌਂ ਗਏ, ਮੈਂ ਬੇਨਤੀ ਕਰਾਂ, ਜੇ ਅਸੀਂ ਫਿਰ ਵੀ ਸੌਂ ਗਏ ਤਾਂ ਅਗਲੇ ਸਾਡੇ ਤੇ ਹੱਸਣਗੇ ਕਿ ਸਾਡੇ ਹੀ ਪਾਰਟੀ ਦੇ ਬੰਦਿਆਂ ਨੇ, ਸਾਡੇ ਹੀ ਮੰਤਰੀਆਂ ਨੇ ਤੁਹਾਨੂੰ ਆਖਿਆ ਸੀਗਾ, ਅਗਲੇ ਦਿਨ ਹੀ ਆਖਦਾ ਸੀਗਾ, ਤੁਹਾਨੂੰ ਉਸੇ ਦਿਨ ਹੀ ਆਖ ਦਿੱਤਾ ਸੀਗਾ ਕਿ ਪੁਨਰ ਜਨਮ ਹੋਗਾ, ਫਿਰ ਆਏਂਗੇ। ਫਿਰ ਤਾਂ ਉਹਨਾਂ ਦੇ ਹਿਸਾਬ ਨਾਲ ਅਸੀਂ ਬਣ ਗਏ ਨਾ ਬੇਵਕੂਫ। ਅਸੀਂ ਏਕਤਾ ਦਾ ਸਬੂਤ ਦੇ ਕੇ ਬੇਵਕੂਫੀ ਦਾ ਸਬੂਤ ਨਹੀਂ ਦਿੱਤਾ। ਅਸੀਂ ਉਹਨਾਂ ਨੂੰ ਦੱਸਿਆ, ਕਿਸਾਨਾਂ ਨੇ ਦੱਸਿਆ, ਪੂਰੇ ਦੇਸ਼ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਜ਼ਾਲਮ ਹਕੂਮਤਾਂ ਦੇ ਜਿਹੜੇ ਲੋਕ ਵਿਰੋਧੀ ਫੈਸਲੇ ਨੇ, ਕਿਸਾਨ ਵਿਰੋਧੀ ਫੈਸਲੇ ਨੇ, ਅਸੀਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮੰਨਣਾ ਨਹੀਂ ਹੈਗਾ। ਸੋ ਅਸੀਂ ਫਿਰ ਇੱਕ ਵਾਰ ਸਬੂਤ ਦੇਣਾ ਹੈਗਾ, ਦੇਸ਼ ਦੇ ਲੋਕਾਂ ਨੇ ਵੇਖਣਾ ਹੈਗਾ ਕਿ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਵਿੱਚ ਚੁੱਪ ਚਪੀਤੇ ਆਉਣਾ ਹੈਗਾ ਜਾਂ ਸੁਚੇਤ ਰਹਿਣਾ ਹੈਗਾ ਜਾਂ ਜਾਗਦੇ ਹੀ ਰਹਿਣਾ ਹੈਗਾ ਜਾਂ ਸੌ ਜਾਣਾ ਹੈਗਾ। ਫੈਸਲਾ ਤੁਸੀਂ ਕਰਨਾ, ਫੈਸਲਾ ਕਿਸਾਨਾਂ ਨੇ ਕਰਨਾ, ਫੈਸਲਾ ਦੇਸ਼ ਦੇ ਲੋਕਾਂ ਨੇ ਕਰਨਾ, ਕਿਉਂਕਿ ਪਹਿਲਾਂ ਵੀ ਇਹ ਵਾਅਦੇ ਕਰਕੇ ਮੁੱਕਰ ਚੁੱਕੇ ਨੇ। ਬਹੁਤ ਬਹੁਤ ਧੰਨਵਾਦ।